ਦੀ ਹਜ਼ੂਰੀ 'ਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਖੁਦਾਵੰਦ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਸ ਖੁਦਾਵੰਦ ਨੇ ਸਾਨੂੰ ਸਭ ਨੂੰ ਸੰਭਾਲਿਆ ਹੈ ਔਰ ਆਪਣੀ ਮਹਿਮਾ ਕਰਨ ਦੇ ਲਈ ਇੱਕ ਵਾਰ ਫਿਰ ਮੌਕਾ ਦਿੱਤਾ ਹੈ। ਮੇਰੇ ਪ੍ਰਿयो, ਅੱਜ ਫਿਰ ਆਪਾਂ ਪ੍ਰਭੂ ਦੇ ਪਵਿੱਤਰ ਵਚਨ 'ਚੋਂ ਕੁਝ ਜ਼ਰੂਰੀ ਗੱਲਾਂ ਨੂੰ ਸਿੱਖਾਂਗੇ ਕਿਉਂਕਿ ਪਰਮੇਸ਼ਰ ਦਾ ਵਚਨ ਸਾਡੀ ਸਾਮਰਥ ਹੈ। ਪਰਮੇਸ਼ਰ ਦਾ ਵਚਨ ਸਾਨੂੰ ਤਾਕਤ ਦਿੰਦਾ ਹੈ। ਪਰਮੇਸ਼ਰ ਦੇ ਵਚਨ ਤੋਂ ਬਿਨਾਂ ਕਿਸੇ ਵੀ ਵਿਸ਼ਵਾਸੀ ਦਾ, ਕਿਸੇ ਵੀ ਪਰਮੇਸ਼ਰ ਦੇ ਦਾਸ ਦਾ ਕੋਈ ਵਜੂਦ ਨਹੀਂ ਉਸ ਦੇ ਵਚਨ ਤੋਂ ਬਿਨਾਂ। ਮੇਰੇ ਪ੍ਰਿयो, ਪ੍ਰਭੂ ਦੇ ਵਚਨ ਤੇ ਹੀ ਗੌਰ ਕਰਨਾ ਔਰ ਪ੍ਰਭੂ ਦੇ ਵਚਨ ਤੇ ਅਮਲ ਕਰਕੇ ਆਪਣੇ ਜੀਵਨ 'ਚ ਲਾਗੂ ਕਰਨਾ ਬੜਾ ਜ਼ਰੂਰੀ ਹੈ। ਅੱਜ ਮੈਂ ਖੁਦਾ ਦੇ ਪਵਿੱਤਰ ਵਚਨ 'ਚੋਂ ਕੁਝ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਖੁਦਾ ਦੇ ਕਲਾਮ ਦੇ ਵਿੱਚ ਪਰਮੇਸ਼ਰ ਸਾਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸਿਖਾਉਂਦਾ ਆ। ਮੇਰੇ ਪ੍ਰਿयो, ਪ੍ਰਭੂ ਯਿਸੂ ਮਸੀਹ ਦਾ ਨੇਚਰ ਆ, ਉਹ ਜਦੋਂ ਵੀ ਆਪਣੇ ਚੇਲਿਆਂ ਦੇ ਨਾਲ ਸੀ, ਖੁਦਾਵੰਦ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਰਾਹ ਵਿੱਚ ਤੁਰਦਿਆਂ ਕਈ ਵਾਰ ਉਹ ਕਿਸਾਨ ਦੀ ਉਦਾਹਰਨ ਦੇ ਕੇ ਉਹਨਾਂ ਨੂੰ ਸਮਝਾਉਂਦਾ ਸੀ, ਕਈ ਵਾਰ ਉਹ ਬੀਜ ਦੀ ਉਦਾਹਰਨ ਦੇ ਕੇ ਉਹਨਾਂ ਨੂੰ ਸਮਝਾਉਂਦਾ ਸੀ। ਵੱਖ-ਵੱਖ ਤਰੀਕਿਆਂ ਦੇ ਨਾਲ ਯਿਸੂ ਮਸੀਹ ਸਿਖਾਉਂਦੇ ਸੀ। ਇਸ ਕਰਕੇ ਯਿਸੂ ਮਸੀਹ ਹੀ ਇਸ ਦੁਨੀਆ ਦੇ ਸਭ ਤੋਂ ਜ਼ਬਰਦਸਤ ਟੀਚਰ ਆ। ਮੇਰੇ ਪ੍ਰਿयो, ਮੈਂ ਪਰਮੇਸ਼ਰ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਸ ਖੁਦਾ ਨੇ ਤੁਹਾਨੂੰ ਔਰ ਮੈਨੂੰ ਵੀ ਚੁਣਿਆ ਹੈ ਕਿ ਅਸੀਂ ਉਹਦੇ ਵਚਨ ਨੂੰ ਸਿੱਖ ਸਕੀਏ। ਅੱਜ ਖੁਦਾ ਦੇ ਕਲਾਮ 'ਚ ਆਪਾਂ ਇੱਕ ਆਇਤ ਪ੍ਰਭੂ ਦੇ ਵਚਨ 'ਚੋਂ ਪੜ੍ਹਾਂਗੇ। ਕਹਾਵਤਾਂ ਦੀ ਕਿਤਾਬ ਉਹਦਾ 30 ਅਧਿਆਇ ਉਹਦੀ 24 ਔਰ 25 ਆਇਤ ਪ੍ਰਭੂ ਦੇ ਵਚਨ 'ਚੋਂ ਪੜ੍ਹਾਂਗੇ ਅਸੀਂ। ਧਰਤੀ ਉੱਤੇ 4 ਵਸਤਾਂ ਨਿੱਕੀਆਂ ਜਿਹੀਆਂ ਹਨ ਪਰ ਤਾਂ ਵੀ ਬੜੀਆਂ ਸਿਆਣੀਆਂ ਹਨ। ਕੀੜੀਆਂ ਸ਼ਕਲ ਵਾਲੀਆਂ ਤਾਂ ਨਹੀਂ, ਤਾਂ ਵੀ ਉਨਾਲ ਵਿੱਚ ਆਪਣਾ ਖਾਜਾ ਸਮੇਟ ਲੈਂਦੀਆਂ ਹਨ। ਪ੍ਰਭੂ ਦੇ ਵਚਨ 'ਚ ਲਿਖਿਆ ਆ, ਧਰਤੀ ਦੇ ਉੱਤੇ 4 ਜੀਵ ਜੰਤੂ ਆ, 4 ਚੀਜ਼ਾਂ ਜਿਹੜੀਆਂ ਬੜੀਆਂ ਸਿਆਣੀਆਂ ਆ। ਪ੍ਰਭੂ ਦੇ ਵਚਨ 'ਚ ਲਿਖਿਆ ਪਹਿਲੇ ਨੰਬਰ ਤੇ ਖੁਦਾ ਨੇ ਕਿਹਾ ਕੀੜੀ ਇੱਕ ਬੜਾ ਸਿਆਣਾ ਜੀਵ ਆ। ਉਹ ਹੈ ਤੇ ਛੋਟੀਆਂ ਹੀ ਆ ਪਰ ਉਹ ਫਿਰ ਵੀ ਆਪਣਾ ਖਾਣਾ ਇਕੱਠਾ ਕਰਕੇ ਰੱਖਦੀਆਂ ਆ। ਮੇਰੇ ਪ੍ਰਿयो, ਦੇਖੋ ਪਰਮੇਸ਼ਰ ਨੇ ਇਨਸਾਨ ਨੂੰ ਜਦੋਂ ਬਣਾਇਆ ਨਾ, ਪਰਮੇਸ਼ਰ ਨੇ ਇਨਸਾਨ ਨੂੰ ਬਣਾਉਣ ਤੋਂ ਪਹਿਲਾਂ ਸਾਰੀ ਦੁਨੀਆ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਪੈਦਾ ਕੀਤਾ। ਖੁਦਾ ਨੇ ਪੇੜ ਪੌਦੇ ਪਹਿਲਾਂ ਹੀ ਬਣਾਏ, ਸੂਰਜ ਚੰਦ ਸਿਤਾਰਿਆਂ ਨੂੰ ਖੁਦਾ ਨੇ ਬਣਾਇਆ। ਸਾਰੀਆਂ ਚੀਜ਼ਾਂ ਨੂੰ ਬਣਾਉਣ ਤੋਂ ਬਾਅਦ, ਜਾਨਵਰਾਂ ਨੂੰ ਬਣਾਉਣ ਤੋਂ ਬਾਅਦ, ਪਾਣੀ ਦੇ ਸਮੁੰਦਰੀ ਜੀਵਾਂ ਨੂੰ ਬਣਾਉਣ ਤੋਂ ਬਾਅਦ, ਧਰਤੀ ਉੱਤੇ ਰਹਿਣ ਵਾਲੇ ਜੀਵਾਂ ਨੂੰ ਬਣਾਉਣ ਤੋਂ ਬਾਅਦ, ਪੰਛੀਆਂ ਨੂੰ ਬਣਾਉਣ ਤੋਂ ਬਾਅਦ, ਆਖਰ ਦੇ ਵਿੱਚ ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ। ਮੇਰੇ ਪ੍ਰਿयो, ਇਨਸਾਨ ਨੂੰ ਬਣਾਉਣ ਤੋਂ ਬਾਅਦ ਬਾਈਬਲ 'ਚ ਲਿਖਿਆ ਕਿ ਇਨਸਾਨ ਜਦੋਂ ਖੁਦਾ ਤੋਂ ਦੂਰ ਚਲਾ ਗਿਆ, ਵਿਗੜ ਗਿਆ, ਤੇ ਪਰਮੇਸ਼ਰ ਇਨਸਾਨ ਨੂੰ ਬਣਾਉਣ ਤੋਂ ਪਛਤਾਇਆ। ਖੁਦਾ ਦੇ ਕਲਾਮ 'ਚ ਲਿਖਿਆ ਪਰਮੇਸ਼ਰ ਨੇ ਇੱਕ ਸ਼ੇਰ ਨੂੰ ਬਣਾ ਕੇ ਪਰਮੇਸ਼ਰ ਨਹੀਂ ਪਛਤਾਇਆ, ਇੱਕ ਪੇੜ ਨੂੰ, ਪੌਦੇ ਨੂੰ ਬਣਾ ਕੇ ਪਰਮੇਸ਼ਰ ਨਹੀਂ ਪਛਤਾਇਆ। ਹੋਰ ਵੀ ਧਰਤੀ ਦੀ ਕਿਸੇ ਵੀ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ ਖੁਦਾ ਪਛਤਾਇਆ ਨਹੀਂ। ਪਰ ਜਦੋਂ ਇਨਸਾਨ ਨੂੰ ਬਣਾਇਆ ਤਾਂ ਵਚਨ 'ਚ ਲਿਖਿਆ ਪਰਮੇਸ਼ਰ ਇਨਸਾਨ ਨੂੰ ਬਣਾ ਕੇ ਪਛਤਾਇਆ। ਕਿਉਂ? ਇਨਸਾਨ ਨੇ ਕੀ ਕਰ ਦਿੱਤਾ ਹੈ? ਉਸ ਖੁਦਾਵੰਦ ਦੇ ਵਚਨ ਦੀ ਉਲੰਘਣਾ ਕਰਤੀ। ਪਰਮੇਸ਼ਰ ਦੇ ਹੁਕਮ ਦੇ ਵਿੱਚ ਨਹੀਂ ਰਿਹਾ, ਉਹ ਆਗਿਆਕਾਰੀ 'ਚ ਨਹੀਂ ਰਿਹਾ। ਜੋ ਖੁਦਾ ਨੂੰ ਚੀਜ਼ਾਂ ਪਸੰਦ ਸੀ ਉਹ ਚੀਜ਼ਾਂ ਇਨਸਾਨ ਨੇ ਨਹੀਂ ਕੀਤੀਆਂ। ਇਸ ਕਰਕੇ ਇਨਸਾਨ ਨੂੰ ਫਿਰ ਤੋਂ ਸਹੀ ਡਾਇਰੈਕਸ਼ਨ ਤੇ ਲਿਆਉਣ ਦੇ ਲਈ, ਸਹੀ ਦਿਸ਼ਾ ਦੇਣ ਦੇ ਲਈ ਪਰਮੇਸ਼ਰ ਇਨਸਾਨ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸਿਖਾਉਂਦਾ ਤੇ ਸਮਝਾਉਂਦਾ ਰਿਹਾ ਆ। ਮੇਰੇ ਪ੍ਰਿयो, ਇਸੇ ਤਰ੍ਹਾਂ ਹੁਣ ਇਸ ਜਗ੍ਹਾ ਤੇ ਪਰਮੇਸ਼ਰ ਦਾ ਵਚਨ ਕਹਿਣ ਡਿਆ ਆ, ਹੇ ਇਨਸਾਨ ਤੂੰ ਕੀੜੀ ਦੇ ਕੋਲ ਜਾ। ਜਦੋਂ ਕਹਾਵਤਾਂ ਦੀ ਕਿਤਾਬ 6 ਦੀ 6 ਆਇਤ ਪੜ੍ਹਦੇ ਆ, ਉਸ ਜਗ੍ਹਾ ਤੇ ਲਿਖਿਆ ਆ ਕੀੜੀ ਦੇ ਕੋਲ ਜਾ ਤੇ ਉਹ ਤੋਂ ਸਿੱਖ। ਹੁਣ ਇਸ ਜਗ੍ਹਾ ਤੇ ਕਹਾਵਤਾਂ 30 ਅਧਿਆਇ ਦੇ ਵਿੱਚ 24 ਔਰ 25 ਆਇਤ ਵਿੱਚ ਪਰਮੇਸ਼ਰ ਕਹਿਣ ਡਿਆ ਕੀੜੀਆਂ ਛੋਟੀਆਂ ਜਿਹੀਆਂ ਆ ਪਰ ਉਹ ਕਿੰਨੀਆਂ ਸਮਝ ਵਾਲੀਆਂ ਆ, ਉਹ ਆਪਣੇ ਲਈ ਖਾਣਾ ਇਕੱਠਾ ਕਰਕੇ ਰੱਖਦੀਆਂ। ਮੇਰੇ ਪ੍ਰਿयो, ਕਹਾਵਤਾਂ ਦੀ ਕਿਤਾਬ ਆਪਾਂ ਉਹਦੀ 6 ਦੀ 6 ਆਇਤ ਵੀ ਆਪਾਂ ਪੜਾਂਗੇ। ਪ੍ਰਭੂ ਦੇ ਵਚਨ 'ਚ ਕੀ ਲਿਖਿਆ ਹੈ? ਹੇ ਆਲਸੀ, ਤੂੰ ਕੀੜੀ ਕੋਲ ਜਾ, ਉਹਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ। ਪ੍ਰਭੂ ਦੇ ਵਚਨ 'ਚ ਹੇ ਆਲਸੀ, ਮਨੁੱਖ ਨੂੰ ਕਿਹਾ ਧਰਤੀ ਦਾ ਹੋਰ ਕੋਈ ਵੀ ਜਾਨਵਰ ਆਲਸੀ ਨਹੀਂ ਜਿੰਨਾ ਮਨੁੱਖ ਆਲਸੀ ਆ। ਮਨੁੱਖ
ਹਰ ਕੰਮ ਨੂੰ ਕਰਨ ਦੇ ਵਿੱਚ ਬਹੁਤ ਜ਼ਿਆਦਾ ਆਲਸ ਵਿਖਾਉਂਦਾ ਹੈ। ਕਈ ਵਾਰ ਇਨਸਾਨ ਇੰਨਾ ਆਲਸੀ ਬਣ ਜਾਂਦਾ ਕਿ ਆਪਣੇ ਪਰਮੇਸ਼ਰ ਦੇ ਨਾਮ ਨੂੰ ਲੈਣ ਲੱਗਾ ਵੀ ਉਹ ਆਲਸ ਕਰ ਜਾਂਦਾ ਆ। ਜਿਸ ਖੁਦਾ ਨੇ ਉਸ ਨੂੰ ਬਣਾਇਆ, ਜਿਸ ਖੁਦਾ ਨੇ ਉਹਨੂੰ ਬਰਕਤਾਂ ਦਿੱਤੀਆਂ, ਉਹਦਾ ਨਾਮ ਉਚਾਰਨ ਲੱਗਾ ਵੀ ਉਹਨੂੰ ਆਲਸ ਹੋ ਜਾਂਦਾ ਹੈ। ਮੇਰੇ ਪ੍ਰਿਓ, ਇਨਸਾਨ ਸਾਰਾ ਦਿਨ ਕੰਮ ਕਰਦਾ ਆ, ਬੜੀ ਸਖਤ ਮਿਹਨਤ ਕਰਦਾ ਆ, ਕਈ ਵਾਰ ਦਿਹਾੜੀ ਲਗਾ ਕੇ ਸ਼ਾਮ ਨੂੰ ਆਣ ਕੇ ਫਿਰ ਜਿਮ ਲਗਾਉਂਦਾ ਹੈ। ਜਿਮ ਦੇ ਵਿੱਚ ਫਿਰ ਭਾਰੀ ਭਾਰੀ ਵੇਟ ਚੁੱਕਦਾ ਆ ਕਿ ਆਪਣੀ ਬੋਡੀ ਨੂੰ, ਆਪਣੇ ਸਰੀਰ ਨੂੰ ਬਣਾਵੇ। ਪਰ ਜਦੋਂ ਪਰਮੇਸ਼ਰ ਦੇ ਨਾਮ ਨੂੰ ਲੈਣ ਦਾ ਟਾਈਮ ਹੁੰਦਾ ਆ, ਦੁਆ ਦਾ ਟਾਈਮ ਹੁੰਦਾ ਆ, ਬੰਦਗੀ ਦਾ ਟਾਈਮ ਹੁੰਦਾ ਆ, ਰੱਬ ਦੀ ਪ੍ਰਸ਼ੰਸਾ ਕਰਨ ਦਾ ਟਾਈਮ ਹੁੰਦਾ ਆ, ਉਦੋਂ ਇਨਸਾਨ ਸੁਸਤੀ ਕਰ ਲੈਂਦਾ ਆ, ਆਲਸੀ ਬਣ ਜਾਂਦਾ ਆ। ਉਦੋਂ ਕਹਿੰਦਾ ਮੈਂ ਬਹੁਤ ਥੱਕ ਗਿਆ ਹਾਂ। ਸਾਰਾ ਦਿਨ ਮਿਹਨਤ ਕਰਕੇ, ਕੰਮ ਕਰਕੇ, ਸਖਤ ਮਿਹਨਤ ਕਰਕੇ, ਫਿਰ ਸ਼ਾਮ ਨੂੰ ਜਿਮ ਲਗਾ ਕੇ ਜਾਂ ਐਕਸਰਸਾਈਜ਼ ਕਰਕੇ ਨਹੀਂ ਥੱਕਦਾ। ਤੇ ਜਦੋਂ ਪਰਮੇਸ਼ਰ ਦੇ ਨਾਮ ਨੂੰ ਬਹਿ ਕੇ ਲੈਣਾ ਹੁੰਦਾ ਆ, ਉਦੋਂ ਕਹਿੰਦਾ ਮੈਂ ਥੱਕ ਗਿਆ। ਇਸ ਕਰਕੇ ਇਨਸਾਨ ਬਹੁਤ ਵਾਰ ਆਲਸ ਕਰਦਾ ਆ। ਆਪਣੀ ਪੜ੍ਹਾਈ ਨੂੰ ਲੈ ਕੇ ਅੱਜ ਦੇ ਬੱਚੇ ਜਿਹੜੇ ਬੜਾ ਆਲਸ ਕਰ ਜਾਂਦੇ ਆ, ਬਹੁਤ ਆਲਸੀ ਹੋ ਜਾਂਦੇ ਆ। ਪੜ੍ਹਨਾ ਨਹੀਂ ਪਸੰਦ, ਟੀਵੀ ਵੇਖਣਾ ਪਸੰਦ ਆ, ਡਰਾਮੇ ਵੇਖਣਾ ਪਸੰਦ ਆ, ਫਿਲਮਾਂ ਵੇਖਣੀਆਂ ਪਸੰਦ ਆ, ਪਰ ਪੜ੍ਹਾਈ ਪਸੰਦ ਨਹੀਂ ਆ। ਆਲਸ। ਬੱਚੇ ਨਹੀਂ ਵੇਖਦੇ ਕਿ ਸਾਡੇ ਪਿਤਾ ਨੇ, ਸਾਡੇ ਪੇਰੈਂਟਸ ਨੇ ਕਿਸ ਤਰ੍ਹਾਂ ਸਾਡੀਆਂ ਫੀਸਾਂ ਦਾ ਇੰਤਜ਼ਾਮ ਕਰਦੇ ਆ, ਉਹ ਕਿੰਨੀ ਸਖਤ ਮਿਹਨਤ ਕਰਦੇ ਆ। ਮੇਰੇ ਪ੍ਰਿਓ, ਪ੍ਰਭੂ ਦੇ ਪਿਆਰੇ ਲੋਕੋ, ਇਸ ਗੱਲ ਨੂੰ ਸਮਝੋ ਤੇ ਸਿੱਖੋ। ਅਸੀਂ ਆਲਸੀ ਨਹੀਂ ਬਣਨਾ। ਪਰਮੇਸ਼ਰ ਇਨਸਾਨ ਨੂੰ ਸੁਧਾਰਨ ਦੇ ਲਈ, ਉਹਨੂੰ ਸਮਝਾਉਣ ਦੇ ਲਈ ਕਹਿਣ ਡਿਆ, ਹੇ ਆਲਸੀ, ਕੀੜੀ ਦੇ ਕੋਲ ਜਾ, ਉਹ ਤੋਂ ਸਿੱਖ। ਇੱਕ ਛੋਟੀ ਜਿਹੀ ਕੀੜੀ ਸਾਨੂੰ ਕੀ ਸਿਖਾ ਸਕਦੀ ਆ? ਮੇਰੇ ਪ੍ਰਿਓ, ਕੀੜੀ ਦੇ ਵਿੱਚ ਇੱਕ ਖਾਸੀਅਤ ਆ, ਉਹ ਛੋਟਾ ਜਿਹਾ ਜੀਵ ਆ, ਪਰ ਆਪਣੇ ਭਾਰ ਨਾਲੋਂ 50 ਗੁਣਾ ਵੱਧ ਉਹ ਵੇਟ ਚੁੱਕ ਸਕਦੀ ਆ, ਬੋਝ ਚੁੱਕ ਸਕਦੀ ਆ। ਆਪਣੇ ਭਾਰ ਨਾਲੋਂ 50 ਗੁਣਾ ਵੱਧ ਬੋਝ ਉਠਾ ਲੈਂਦੀ ਉਹ। ਕੀ ਸਿੱਖਣਾ ਹੈ ਉਹ ਤੋਂ? ਵੀ ਦੇਖੋ, ਇੱਕ ਛੋਟੀ ਜਿਹੀ ਕੀੜੀ 50 ਗੁਣਾ ਵੱਧ ਬੋਝ ਚੁੱਕ ਸਕਦੀ ਆ, ਤੇ ਫਿਰ ਅਸੀਂ ਥੋੜਾ ਜਿਹਾ ਬੋਝ ਸਾਡੇ ਤੇ ਪੈਂਦਾ ਆ, ਥੋੜਾ ਜਿਹਾ ਬਰਡਨ ਜੋ ਸਾਡੇ ਜੀਵਨ ਚ ਆਉਂਦਾ ਆ। ਕਈ ਵਾਰ ਸਾਡੇ ਜੀਵਨ ਚ ਇਹੋ ਜਿਹੀਆਂ ਮੁਸ਼ਕਲਾਤਾਂ ਦੇ ਵਿੱਚੋਂ ਹੀ ਗੁਜ਼ਰਦੇ ਆ, ਥੋੜਾ ਜਿਹਾ ਬੋਝ ਹੁੰਦਾ ਤੇ ਲੋਕੀ ਸੁਸਾਈਡ ਕਰ ਲੈਂਦੇ ਆ, ਆਪਣੇ ਜੀਵਨ ਲੀਲਾ ਨੂੰ ਖਤਮ ਕਰ ਲੈਂਦੇ ਆ। ਕਹਿੰਦੇ ਆ ਮੈਂ ਇਹ ਭਾਰ ਨਹੀਂ ਉਠਾ ਸਕਦਾ। ਕਈ ਪੇਰੈਂਟਸ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਬੋਝ ਜਦੋਂ ਉਹਨਾਂ ਦੇ ਪੈਂਦਾ ਆ, ਉਹਨਾਂ ਦੀਆਂ ਫੀਸਾਂ ਦਾ ਬੋਝ ਪੈਂਦਾ ਆ, ਪੜ੍ਹਾਈ ਦਾ ਬੋਝ ਪੈਂਦਾ ਆ, ਉਹਨਾਂ ਨੂੰ ਪਰਵਰਿਸ਼ ਕਰਨ ਦਾ ਬੋਝ ਪੈਂਦਾ ਆ। ਕਈ ਮਾਂ ਪਿਓ ਉਹ ਆਤਮ ਹੱਤਿਆ ਕਰ ਲੈਂਦੇ ਆ। ਕਈ ਕਿਸਾਨ ਜਦੋਂ ਉਹਨਾਂ ਦੀ ਫਸਲ ਦਾ ਸਹੀ ਦਾਮ ਨਹੀਂ ਮਿਲਦਾ, ਉਹ ਸੁਸਾਈਡ ਕਰ ਦਿੰਦੇ ਆ। ਅੱਜ ਬਹੁਤ ਸਾਰੇ ਕਿਸਾਨ ਜਿਹੜੇ ਆ ਆਤਮ ਹੱਤਿਆ ਕਰਕੇ ਮਰ ਜਾਂਦੇ ਆ। ਥੋੜਾ ਜਿਹਾ ਬੋਝ ਸਹਿਣਾ ਹੀ ਪਸੰਦ ਨਹੀਂ ਕਰਦੇ। ਮੇਰੇ ਪ੍ਰਿਓ, ਕੀੜੀ ਦੇ ਕੋਲ ਜਾ ਕੇ ਕੀ ਸਿੱਖਣਾ ਸੀ? ਕੀੜੀ ਆਪਣੇ ਭਾਰ ਨਾਲੋਂ 50 ਗੁਣਾ ਵੱਧ ਬੋਝ ਚੁੱਕ ਲੈਂਦੀ ਆ। ਅਸੀਂ ਵੀ ਉਠਾ ਸਕਦੇ ਹਾਂ ਬੋਝ। ਉਹਦੇ ਕੋਲ ਜਾ ਕੇ ਇਹ ਸਿੱਖਣਾ ਆ ਕਿ ਸਾਡੇ ਜੀਵਨ 'ਚ ਚਾਹੇ ਕੈਸੀਆਂ ਵੀ ਪਰਿਸਥਿਤੀਆਂ ਆ ਜਾਣ, ਕੈਸਾ ਵੀ ਬੋਝ ਆ ਜਾਏ, ਅਸੀਂ ਹਿੰਮਤ ਨਹੀਂ ਹਾਰਨੀ। ਕੀੜੀ ਸਾਨੂੰ ਕੀ ਸਿਖਾ ਸਕਦੀ? ਪ੍ਰਭੂ ਨੇ ਕਿਹਾ ਉਹਦੇ ਕੋਲ ਜਾ ਤਾਂ ਸਿੱਖ। ਔਰ ਉਹਦੇ ਕੋਲ ਅਸੀਂ ਕੀ ਸਿੱਖ ਸਕਦੇ ਹਾਂ? ਕੀੜੀ ਦੇ ਵਿੱਚ ਇੱਕ ਖਾਸੀਅਤ ਕੀ ਹੁੰਦੀ ਆ? ਕੀੜੀ ਜਦੋਂ ਉਚਾਈ ਤੋਂ ਥੱਲੇ ਡਿੱਗਦੀ ਆ, ਉਹ ਫਿਰ ਬਾਰ-ਬਾਰ ਉਸੇ ਉਚਾਈ ਤੇ ਚੜ੍ਹਨ ਦੀ ਕੋਸ਼ਿਸ਼ ਕਰਦੀ ਆ। ਉਹ ਹਿੰਮਤ ਨਹੀਂ ਹਾਰਦੀ, ਹਿੰਮਤ ਨਹੀਂ ਹਾਰਦੀ। ਉਹਦੀ ਹਿੰਮਤ ਇੰਨੀ ਵੱਡੀ ਹੁੰਦੀ ਆ ਕਿ ਉਹ ਡਿੱਗਦੀ ਆ ਤੇ ਫਿਰ ਉੱਠ ਕੇ ਚੜ੍ਹਦੀ ਆ, ਡਿੱਗਦੀ ਆ ਤੇ ਫਿਰ ਉੱਠ ਕੇ ਚੜ੍ਹਦੀ ਆ। ਅੱਜ ਸਾਡਾ ਕੀ ਹਾਲ ਆ? ਮੇਰੇ ਪ੍ਰਿਯ ਲੋਗੋ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਆ। ਮੇਰਾ ਇੱਕ ਕੁਐਸਚਨ ਹੈ ਤੁਹਾਡੇ ਗਾੜੀ। ਅੱਜ ਜੇ ਤੁਸੀਂ ਡਿੱਗ ਗਏ ਜੇ, ਕਿ ਤੁਹਾਡੇ ਵਿੱਚ ਖਮਤਾ ਹੈ ਕਿ ਮੈਂ ਉੱਠ ਕੇ ਫਿਰ ਤੋਂ ਆਪਣੀ ਦੌੜ ਸਕਾਂ? ਅੱਜ ਕਈ ਵਿਸ਼ਵਾਸੀ ਡਿੱਗ ਗਿਆ ਪਾਪ ਦੇ ਵਿੱਚ, ਦਲਦਲ ਦੇ ਵਿੱਚ, ਕਿ ਤੁਸੀਂ ਦੁਬਾਰਾ ਨਹੀਂ ਉੱਠ ਸਕਦੇ। ਡਿੱਗਣਾ, ਇੱਕ ਕਿਸੇ ਗੱਲ ਦੇ ਵਿੱਚ ਡਿੱਗ ਜਾਣਾ, ਇਹ ਹੋ ਸਕਦਾ ਆ, ਇਹ ਸੁਭਾਵਿਕ ਗੱਲ ਆ। ਇਨਸਾਨ ਚੱਲਦਿਆਂ ਡਿੱਗ ਸਕਦਾ ਆ, ਪਰ ਡਿੱਗੇ ਰਹਿਣਾ ਇਹ ਬੁਰੀ ਗੱਲ ਆ, ਇਹ ਬੁਰੀ ਆਦਤ ਆ। ਅਗਰ ਅੱਜ ਤੁਹਾਡੀ ਜ਼ਿੰਦਗੀ 'ਚ ਤੁਸੀਂ ਵੀ ਕਿ ਇਹੋ ਜਿਹੀ ਗਲਤੀ ਦੇ ਵਿੱਚ ਡਿੱਗੇ ਹੋਏ ਜੇ, ਕਿਸੇ ਇਹੋ ਜਿਹੇ ਪਾਪ ਦੇ ਵਿੱਚ ਫਸੇ ਹੋਏ ਜੇ, ਅੱਜ ਉੱਠੋ, ਫਿਰ ਤੋਂ ਆਪਣੇ ਜੀਵਨ ਨੂੰ ਪਹਿਲਾਂ ਵਾਂਗ ਪਟੜੀ ਤੇ ਲੈ ਕੇ ਆਓ। ਪਹਿਲੇ ਵਰਗਾ ਵਿਸ਼ਵਾਸ ਜਗਾਓ, ਪਹਿਲੇ ਵਾਂਗੂ ਵਿਸ਼ਵਾਸ ਦੀ ਦੌੜ ਦੌੜੋ, ਡਿੱਗੇ ਨਾ ਰਹੋ। ਖੁਦਾ ਦੇ ਪਿਆਰੇ ਲੋਕੋ, ਪਰਮੇਸ਼ਰ ਅੱਜ ਦੇ ਵਚਨ ਦੇ ਦੁਆਰਾ ਤੁਹਾਨੂੰ ਇਹ ਸਿਖਾ ਰਿਹਾ ਆ। ਕੀੜੀ ਉਚਾਈ ਤੋਂ ਡਿੱਗ ਜਾਂਦੀ ਆ, ਫਿਰ ਉੱਠਦੀ ਆ। ਅਸੀਂ ਹਿੰਮਤ ਹਾਰ ਜਾਂਦੇ ਆ। ਮੇਰਾ ਪਹਿਲਾਂ ਬਿਜ਼ਨਸ ਸੈੱਟ ਸੀ,
मेरा बिजनेस डाउन हो गया, अं फिर पूरी तरह हताश हो जाने, अं दोबारा वो काम नहीं करना चाहते, ये डिगे ही रह जाने। ये समस्या है मेरे प्रिय लोगों। कीड़ी दे विच एक होर क्वालिटी की आ कि वो मेहनती आ, मेहनत करती रहिंदी आ। सिर्फ इस दुनिया दे विच दो ही इहो जिहियां प्रजातियां आ जिहड़ा अपना खाना इकट्ठा करके रखदियां आ, एक इंसान ते दूजी कीड़ी। ये दो चीज़ां ही आ जिहड़ा अपना खाना इकट्ठा करके रखदियां आ, अपना इंतजाम करन दियां आ। मेरे प्रियो, जो छोटा जिहा जीव अपना इंतजाम कर सकदा आ, अपनी कलोनी दे लई, अपने बाकी फैमिली मैंबरस दे लई जोड़ सकदा आ, उन्हां दी केयर कर सकदा आ, तुसीं और मैं भी कर सकदे आ, असीं भी केयर कर सकदे आ। परमेश्वर ने तुहानूं भी एक कुवत दित्ती आ, परमेश्वर ने तुहानूं भी एक समर्थ दित्ती आ। परमेश्वर वक्-वक् तरीके नाल सिखाउंदा आ। प्रभु यीशु मसीह दा नेचर की सी, वो भी बड़ा मेहनती सी। मेरे प्रियो, जो परमेश्वर काम नहीं करदा वो कभी भी अपने बच्चों को करने लिए नहीं कहता। वो परमेश्वर ने करके विखाया। बाइबल च लिखा, उन्हें 6 दिन काम किया तो 7वें दिन आराम किया। परमेश्वर ने मेहनत की 6 दिन। फिर खुदा के कलाम में जो पढ़ के वेखो, बाइबल च लिखा आ, खुदा के कलाम च लिखा, प्रभु परमेश्वर के बारे जो भी कुछ तरीके परमेश्वर के नाम को संबोधित किया गया। और दाऊद की कहता परमेश्वर मेरा चरवाहा आ। चरवाहे का काम कैसा होंदा आ? कि चरवाहे का काम आरामदायक होंदा आ? नहीं मेरे प्रियो, चरवाहे का काम बड़ा मेहनत भरिया होंदा आ। चरवाहे मेहनत करते आ। भेडां जड़ियां आ वो ते खाना खा के उन्होंने चरवाहा खाना देने तो बाद उन्होंने एक जगह पर बिठा के रैसट दवाउंदा आ, पर आप अगे जाके फिर खोजना शुरू करता आ कि इन्होंने मैं किहड़ी चरागाह विच लैके जावां। मैं चरवाहे का काम एक मेहनत भरिया काम आ। अपने भेडां की निगहबानी करनी, हर वक्त अलर्ट रहना कि कोई दुश्मन आण के उन्होंने पाड़ ना खावे, कोई दुश्मनों ते अटैक ना कर दे। मेहनत मेरे अजीजो। फिर बाइबल च लिखा, खुदा ने कहा, यीशु मसीह ने कहा, मैं अंगूर दी वेल आ ते मेरा पिता बागवान आ। मेरे प्रियो, परमेश्वर के नाम ने बागवान करके बोलिया गया। बागवान का काम सौखा आ? नहीं मेरे प्रियो। प्रभु के प्यारे लोगों, बागवान का काम भी मेहनती काम आ। परमेश्वर बागवान आ। बागवान दे बड़े काम आ। किसान जिहड़े आ वो रात दिन अपने खेतों के उत्ते चौकसी दे नाल तुरदे फिरदे रहिंदे आ। बार बार वो कदी गोडी करन जांदे आ, कदी पानी देन जांदे आ, कदी खाद पाउण जांदे आ। किसान का काम बड़ा बिजी हुंदा है। धुप्प दे विच भी उन्होंने खेतों दे विच जाना पैंदा है ते सख्त मेहनत करनी पैंदी आ। ठंड दे विच भी उन्होंने सख्त मेहनत करनी पैंदी आ। परमेश्वर नूं बागवान करके बोलिया गया। कीड़ियां भी बागवान की तरह यानी कि उस मेहनत करने वालियां आ। मेरे प्रियो, अज सानूं भी मेहनत करने की लोड़ आ। परमेश्वर का वचन सिखांदा सानूं। बाइबल च एक आयत प्रभु के वचन च असीं पढ़ांगे। खुदा दे कलाम च मत्ती दी अंजील ਉਹਦਾ 21 ਦਾ ਅਸੀਂ ਜੋਨਾ ਦੀ ਅੰਜੀਲ 21 ਦਾ ਇਹਦੀ 25 ਆਇਤ ਪੜਾਂਗੇ। ਸੌਰੀ, ਜੋਨਾ 21 ਦੀ 25 ਆਇਤ ਪੜਾਂਗੇ ਅਸੀਂ। ਅਤੇ ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਉਹ ਸਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਜਗਤ ਵਿੱਚ ਵੀ ਨਾ ਸਮਾਉਂਦੀਆਂ। मेरे प्रियो, इस जगह पर लिखा है, यीशु मसीह ने कहा कि खुदा के कलाम च यीशु मसीह के बारे वचन च लिखा है कि परमेश्वर ने बहुत सारे काम किए, ढेर सारे काम किए। इन्ने काम किए जे उन्होंने सारिਆਂ ਨੂੰ लिखिया जाता तो जगत ਵਿੱਚ ਉਹ पुस्तकां भी ना समाउंदियां। मेरे प्रियो, वेखो प्रभु यीशु मसीह का नेचर पुराने नेम चों लैके नवे नेम तक परमेश्वर लगातार काम करते जा रहे हैं। यीशु ने इन्ने काम किए आ कि अगर वो सारे लिखे जाते थे जगत विच इन्नियां किताबां बन जानियां सी, एडी वड्डी बाइबल बन जानी सी कि जगत विच समाउणी नहीं सी। इन्ने काम खुदा ने कीते। किन्ना मेहनत सी, परमेश्वर की किन्नी मेहनत सी। एक इंसान परमेश्वर दे कोल आण के, यीशु मसीह दे कोल आण के कहंदा प्रभु मैं भी तेरा चेला बनना चाहना है। प्रभु ने कहा
ਪੰਛੀਆਂ ਦੇ ਸਿਰ ਲੁਕਾਉਣ ਦੇ ਲਈ ਆਲ੍ਹਣੇ ਆ, ਜਾਨਵਰਾਂ ਦੇ ਘੁਰਨੇ ਆ ਉਹ ਆਪਣੇ ਘੁਰਨਿਆਂ ਦੇ ਵਿੱਚ ਲੁਕਦੇ ਆ, ਪਰ ਮਨੁੱਖ ਦੇ ਪੁੱਤਰ ਦੇ ਲਈ ਸਿਰ ਲੁਕਾਉਣ ਦੇ ਲਈ ਜਗ੍ਹਾ ਹੀ ਨਹੀਂ ਹੈਗੀ। ਕਿਉਂਕਿ ਪਰਮੇਸ਼ਰ ਰਾਤ ਦਿਨ ਸਫ਼ਰ 'ਚ ਹੀ ਰਹਿੰਦੇ ਸੀ। ਕਦੀ ਉਹ ਝੀਲ 'ਚ ਸਫ਼ਰ ਕਰਦੇ ਆ, ਕਦੀ ਉਹ ਪੈਦਲ ਸਫ਼ਰ ਕਰਦੇ ਆ, ਕਿਉਂਕਿ ਉਹ ਮਿਨਿਸਟਰੀ ਦੇ ਵਿੱਚ ਪੂਰੀ ਤਰ੍ਹਾਂ ਬਿਜੀ ਸੀ। ਪ੍ਰਭੂ ਨੇ 30 ਸਾਲ ਤੱਕ ਆਪਣੇ ਪਿਤਾ ਦੇ ਨਾਲ ਕਾਰਪੈਂਟਰ ਦਾ ਕੰਮ ਕੀਤਾ। ਮੇਰੇ ਪ੍ਰਿਓ, ਕੀ ਉਹ ਸਵੈਮ ਪਰਮੇਸ਼ਰ ਜਿਹਨੇ ਪੂਰੀ ਦੁਨੀਆ ਨੂੰ ਬਣਾਇਆ, ਉਹਨੂੰ ਕੰਮ ਕਰਨ ਦੀ ਕੀ ਲੋੜ ਸੀ? ਪਰ ਉਹਨੇ ਇੱਕ ਮਾਡਲ ਬਣ ਕੇ ਸਾਨੂੰ ਵਿਖਾਇਆ, ਸਾਡੇ ਅੱਗੇ ਇੱਕ ਨਮੂਨਾ ਰੱਖਿਆ। ਮਿਹਨਤ ਕਰਨੀ ਜ਼ਰੂਰੀ ਆ, ਮਿਹਨਤੀ ਬਣਨਾ ਆ। ਬਿਨਾਂ ਮਿਹਨਤ ਤੋਂ ਅਸੀਂ ਕੁਝ ਨਹੀਂ ਪ੍ਰਾਪਤ ਕਰ ਸਕਦੇ। ਮੇਰੇ ਪ੍ਰਿਓ, ਅਗਰ ਅੱਜ ਤੁਸੀਂ ਖੁਦਾ ਦੇ ਵਿੱਚ ਆ ਗਏ ਜੇ, ਅੱਜ ਪਰਮੇਸ਼ਰ ਦੇ ਪਿਆਰੇ ਲੋਕੋ, ਅੱਜ ਮਸੀਹ ਲੋਕ, ਅਗਰ ਤੁਸੀਂ ਖੁਦਾ ਦੇ ਵਿੱਚ ਆ ਗਏ ਜੇ, ਪ੍ਰਭੂ 'ਚ ਮਿਹਨਤ ਕਰਨੀ ਸ਼ੁਰੂ ਕਰੋ। ਦੁਆ ਦੇ ਵਿੱਚ ਟਾਈਮ ਖਰਚ ਕਰੋ, ਵਚਨ ਪੜ੍ਹਨ ਦੇ ਵਿੱਚ, ਵਚਨ ਸਿੱਖਣ ਦੇ ਵਿੱਚ ਟਾਈਮ ਖਰਚ ਕਰੋ। ਪਰਮੇਸ਼ਰ ਦੀ ਸੇਵਕਾਈ ਦੇ ਵਿੱਚ ਹਰ ਤਰ੍ਹਾਂ ਦੀ ਮਿਨਿਸਟਰੀ ਦੇ ਵਿੱਚ ਤੁਸੀਂ ਇਨਵੋਲਵ ਹੋ ਸਕਦੇ ਜੇ। ਚਰਚ ਮਿਨਿਸਟਰੀ ਦੇ ਵਿੱਚ ਕੰਮ ਕਰ ਸਕਦੇ ਜੇ। ਅਗਰ ਕੋਈ ਵੀ ਕੰਮ ਤੁਸੀਂ ਕਰ ਰਹੇ ਜੇ, ਭਾਵੇਂ ਚਰਚ ਦੇ ਵਿੱਚ ਦਰੀਆਂ ਵਿਛਾਉਣ ਦਾ ਹੀ ਕੰਮ ਆ, ਚਾਹੇ ਬਰਤਨ ਸਾਫ਼ ਕਰਨ ਦਾ ਹੀ ਕੰਮ ਆ, ਚਾਹੇ ਕੋਈ ਵੀ ਕੰਮ ਆ, ਮਿਹਨਤ ਦੇ ਨਾਲ ਕਰੋ। ਪਰਮੇਸ਼ਰ ਤੁਹਾਨੂੰ ਉਹਦਾ ਪ੍ਰਤੀਫਲ ਜ਼ਰੂਰ ਦੇਗਾ। ਪਰਮੇਸ਼ਰ ਤੁਹਾਨੂੰ ਬਰਕਤ ਦੇ। ਇਸ ਪਰਮੇਸ਼ਰ ਦੇ ਵਚਨ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਸੁਪਰ ਬਲੈਸ ਕਰੇ। ਆਮੀਨ।